ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਸਰੀ ਨਿਸ਼ਾਨ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅਕਾਲ ਪੁਰਖ ਅੱਗੇ ਆਪ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਅੱਜ ਹਾਜ਼ਰ ਹਾਂ ਉਸ ਭਖਦੇ ਮਸਲੇ ਨਾਲ ਜਿਸ ਨੇ ਸਾਰੀ ਦੁਨੀਆ ਨੂੰ ਸਕਤੇ ਵਿੱਚ ਪਾ ਦਿੱਤਾ ਹੈ। ਤਾਲਿਬਾਨੀਆਂ ਦੇ ਅਫਗਾਨਿਸਤਾਨ ਤੇ ਕਬਜ਼ੇ ਨੂੰ ਲੈ ਕੇ ਬਹੁਤ ਕੁਝ ਕਿਹਾ ਸੁਣਿਆ ਜਾ ਚੁੱਕਿਆ ਹੈ। ਬਹੁਤ ਸਾਰੀਆਂ ਕਿਆਸ ਆਰਾਈਆਂ ਅਤੇ ਥਿਊਰੀਆਂ ਤੇ ਚਰਚਾ ਚੱਲ ਰਹੀਆਂ ਹਨ। ਵੱਖ-ਵੱਖ ਕਿਸਮ ਦੇ ਕੌਮਾਂਤਰੀ ਸਿਆਸੀ ਉਤਾਰ ਚੜ੍ਹਾਅ ਅਤੇ ਸਮੀਕਰਨ ਬਣਨੇ ਵਿਗੜਨੇ ਸ਼ੁਰੂ ਹੋ ਗਏ ਹਨ। ਮਾਹਿਰ ਕੌਮਾਂਤਰੀ ਸੰਬੰਧਾਂ ਖਾਸ ਤੌਰ ਤੇ ਦੱਖਣ ਏਸ਼ੀਆਈ ਦੇਸ਼ਾਂ ਤੇ ਭਵਿੱਖ ਨੂੰ ਲੈ ਕੇ ਚਿੰਤਾ ਕਰਨ ਲੱਗੇ ਹਨ। ਇਸ ਦੇ ਨਾਲ ਹੀ ਮਸਲੇ ਤੇ ਪੈਣੀ ਨਜ਼ਰ ਰੱਖਣ ਵਾਲੇ ਇਤਿਹਾਸਕਾਰ ਤਾਂ ਇਤਿਹਾਸ ਦੇ ਦੁਹਰਾਉਣ ਵਾਲੇ ਉਹਨਾਂ ਹਾਲਾਤਾਂ ਨੂੰ ਵੀ ਦੇਖ ਰਹੇ ਹਨ ਜੋ ਕਦੇ ਖੁਰਾਸਾਨ ਤੋਂ ਹਮਲਾਵਰ ਬਣ ਕੇ ਹਿੰਦੁਸਤਾਨ ਦੇ ਤਰਾਹ ਕੱਢਦੇ ਰਹੇ। ਚੰਗੇਜ਼, ਤੈਮੂਰ, ਬਾਬਰ ਵਰਗੇ ਮੰਗੋਲ ਜੋ ਚੀਨ ਤੋਂ ਤਾਕਤ ਅਤੇ ਪ੍ਰੇਰਣਾ ਲੈ ਕੇ ਦੱਖਣ ਨੂੰ ਲੁੱਟਣ ਤੁਰ ਪੈਂਦੇ ਸਨ। ਜਦ ਦਿੱਲੀ ਦਾ ਬਾਦਸ਼ਾਹ ਇਬਰਾਹਿਮ ਲੋਧੀ ਮਨਮਰਜ਼ੀਆਂ ਕਰ ਰਿਹਾ ਸੀ, ਅਰਾਜਕਤਾ ਫੈਲੀ ਹੋਈ ਸੀ, ਆਰਥਿਕਤਾ ਚਰਮਰਾ ਚੁੱਕੀ ਸੀ, ਉਸ ਵਕਤ ਮੇਵਾੜ ਦੇ ਰਾਣਾ ਸੰਗਰਾਮ ਸਿੰਘ ਨੇ ਬਾਬਰ ਨੂੰ ਸੱਦਾ ਭੇਜਿਆ ਕਿ ਆ ਹਿੰਦੁਸਤਾਨ ਤੇ ਹਮਲਾ ਕਰ, ਅਸੀਂ ਤੇਰੇ ਨਾਲ ਹਾਂ। ਦਿੱਲੀ ਦੇ ਬਾਦਸ਼ਾਹ ਦੇ ਹੀ ਸਕੇ ਭਰਾ ਜੋ ਪੰਜਾਬ ਦਾ ਗਵਰਨਰ ਸੀ ਦੌਲਤ ਖਾਨ ਲੋਧੀ, ਉਸਨੇ ਵੀ ਇਹੀ ਸੱਦਾ ਭੇਜਿਆ। ਖੈਰ, ਇਤਿਹਾਸ ਖੁਦ ਨੂੰ ਦੁਹਰਾਏਗਾ, ਬਾਬਰ ਬਾਣੀ ਫਿਰੇਗੀ ਜਾਂ ਅਸੀਂ ਇਤਿਹਾਸ ਤੋਂ ਕੋਈ ਸਬਕ ਸਿੱਖਾਂਗੇ, ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਇਸ ਵੀਡੀਓ ਵਿੱਚ ਅਸੀਂ ਉਹਨਾਂ ਹਾਲਾਤਾਂ ਦਾ ਜ਼ਿਕਰ ਕਰਨ ਜਾ ਰਹੇ ਹਾਂ ਜੋ ਅੱਜ ਦੀ ਹਿੰਦੁਸਤਾਨ ਦੀ ਸਰਕਾਰ ਨੇ ਦੇਸ਼ ਦੇ ਭੀਤਰ ਅਤੇ ਆਪਣੇ ਚੌਗਿਰਦੇ ਪੈਦਾ ਕਰ ਲਏ ਹਨ, ਜਿਸ ਦਾ ਖਾਮਿਆਜਾ ਇਸ ਖਿੱਤੇ ਦੀ ਆਵਾਮ ਨੂੰ ਝੇਲਣਾ ਪਵੇਗਾ। ਅਫਗਾਨਿਸਤਾਨ ਦੇ ਹਾਲਾਤਾਂ ਨੇ ਭਾਰਤ ਨੂੰ ਕਸੂਤਾ ਫਸਾ ਲਿਆ ਹੈ। ਡਿਜੀਟਲ ਇੰਡੀਆ ਦੇ ਸਮਾਰਟ ਪ੍ਰਧਾਨ ਮੰਤਰੀ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਕਾਬੁਲ ਤੇ ਕਬਜ਼ਾ ਕਰ ਚੁੱਕੇ ਤਾਲਿਬਾਨੀਆਂ ਨੂੰ ਆਤੰਕਵਾਦੀ ਕਹਿ ਕੇ ਭੰਡਿਆ ਜਾਵੇ ਜਾਂ ਉਹਨਾਂ ਨੂੰ ਮਾਨਤਾ ਦਿੱਤੀ ਜਾਵੇ। ਉਹਨਾਂ ਦੀ ਖਾਮੋਸ਼ੀ ਉਹਨਾਂ ਦੇ 56 ਇੰਚ ਦੇ ਸੀਨੇ ਦੀ ਉਸ ਜ਼ਰੂਰਤ ਨਾਲ ਮੇਲ ਨਹੀਂ ਖਾ ਰਹੀ ਜੋ ਉਹਨਾਂ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਕਰਨ ਵੇਲੇ ਦਿਖਾਈ ਸੀ। ਬਿਨਾਂ ਕਸ਼ਮੀਰੀਆਂ ਨੂੰ ਭਰੋਸੇ ਵਿੱਚ ਲਏ ਧਾਰਾ 370 ਖਤਮ ਕਰਕੇ ਆਪਣੀ ਪਿੱਠ ਥਪਥਪਾਈ ਸੀ। CAA NCR ਲਾਗੂ ਕਰਨ ਵੇਲੇ ਜਾਂ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਕਾਲੇ ਕਾਨੂੰਨ ਬਣਾ ਕੇ ਹੈਕਰ ਦੇ ਰੂਪ ਵਿੱਚ ਦਿਖਾਈ ਜਾ ਰਹੀ ਹੈ। ਆਪਣੇ ਕੌਮਾਂਤਰੀ ਸੰਬੰਧਾਂ ਨੂੰ ਲੈ ਕੇ ਅੱਜ ਭਾਰਤ ਕੱਲਾ ਪੈ ਚੁੱਕਿਆ ਹੈ। ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਨੇ ਭਾਰਤ ਦੀ ਦੇਸ਼ ਅਤੇ ਵਿਦੇਸ਼ ਨੀਤੀ ਨੂੰ ਹਾਲ ਦੀ ਘੜੀ ਪੂਰੀ ਤਰ੍ਹਾਂ ਤੇ ਫੇਲ ਕਰ ਦਿੱਤਾ ਹੈ। ਕੌਮਾਂਤਰੀ ਮਸਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਭਾਰਤ ਸਰਕਾਰ ਨੇ ਦੇਸ਼ ਦੇ ਅੰਦਰ ਜੋ ਮਾਹੌਲ ਸਿਰਜਿਆ ਅਤੇ ਜੋ ਵਿਦੇਸ਼ ਨੀਤੀ ਅਪਣਾਈ ਜਾਪਦਾ ਹੈ ਉਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਹਾਲ ਦੀ ਘੜੀ ਹਾਲਾਤ ਇਹ ਹਨ ਕਿ ਅਮਰੀਕਾ ਦੀਆਂ ਅਫਗਾਨਿਸਤਾਨ ਵਿੱਚ ਬਣੀਆਂ ਕਠਪੁਤਲੀ ਸਰਕਾਰਾਂ ਨੂੰ ਮਾਨਤਾ ਅਤੇ ਉਹਨਾਂ ਉੱਤੇ ਲੱਖਾਂ ਡਾਲਰ ਖਰਚ ਕਰਕੇ ਵਿਸ਼ਵ ਗੁਰੂ ਬਣਨ ਵਾਲੇ ਭਾਰਤ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅੱਜ ਅਫਗਾਨਿਸਤਾਨ ਪਾਕਿਸਤਾਨ ਪੱਖੀ ਤਾਲਿਬਾਨੀਆਂ ਦੇ ਕਬਜ਼ੇ ਵਿੱਚ ਹੈ। ਅਮਰੀਕਾ ਤੋਂ ਵੀ ਹੁਣ ਇਸ ਖਿੱਤੇ ਵਿੱਚ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਚਾਣਕਿਆ ਨੂੰ ਆਪਣਾ ਨੀਤੀ ਘਾੜਤ ਮੰਨਣ ਵਾਲੀ ਭਾਜਪਾ ਦੀ ਦੂਰਅੰਦੇਸ਼ੀ ਇਸ ਤੋਂ ਹੀ ਸਾਬਤ ਹੁੰਦੀ ਹੈ ਕਿ ਇਸ ਦੀ ਵਿਦੇਸ਼ ਨੀਤੀ ਵੀ ਪਾਕਿਸਤਾਨ ਦੇ ਵਿਰੋਧ ਤੇ ਹੀ ਟਿਕੀ ਹੋਈ ਹੈ। ਇਸੇ ਲਈ ਅੱਜ ਹਾਲਾਤ ਇਹ ਹਨ ਕਿ ਅਫਗਾਨਿਸਤਾਨ ਦੇ ਜ਼ਰੀਏ ਪਾਕਿਸਤਾਨ ਨੂੰ ਉੱਪਰੋਂ ਘੇਰਨ ਦੀ ਨੀਤੀ ਤੇ ਕੰਮ ਕਰ ਰਿਹਾ ਭਾਰਤ ਅੱਜ ਆਪਣੇ ਵਿਛਾਏ ਹੋਏ ਜਾਲ ਵਿੱਚ ਫਸ ਗਿਆ ਹੈ। ਅਮਰੀਕਾ ਦੇ ਕਹਿਣ ਤੇ ਭਾਰਤ ਉੱਥੇ ਵਿਕਾਸ ਦੇ ਨਾਂ ਤੇ ਕਰੋੜਾਂ ਡਾਲਰ ਖਰਚ ਰਿਹਾ ਸੀ, ਲੇਕਿਨ ਅਮਰੀਕਾ ਦੇ ਪੱਲਾ ਛੁਡਾ ਲੈਣ ਅਤੇ ਤਾਲਿਬਾਨ ਦੇ ਅਫਗਾਨਿਸਤਾਨ ਦੇ ਕਾਬਜ਼ ਹੋਣ ਨਾਲ ਬਦਲੇ ਹੋਏ ਹਾਲਾਤ ਭਾਰਤ ਨੂੰ ਪੁੱਠੇ ਪੈ ਗਏ। ਨਾ ਅਮਰੀਕਾ ਦਾ ਸਾਥ ਰਿਹਾ, ਨਾ ਅਫਗਾਨਿਸਤਾਨ ਆਪਣੀ ਮੁੱਠੀ ਵਿੱਚ। ਉਲਟਾ ਟਰੰਪ ਦੇ ਜਾਣ ਕਰਕੇ ਜੌਨ ਬਾਈਡਨ ਨੂੰ ਵੀ ਮੋਦੀ ਜੀ ਵਿੱਚ ਕੋਈ ਦਿਲਚਸਪੀ ਨਹੀਂ। ਤਾਲਿਬਾਨ ਤਾਂ ਹਨ ਹੀ ਭਾਰਤ ਵਿਰੋਧੀ। ਪਾਕਿਸਤਾਨ ਤਾਂ ਪਹਿਲਾਂ ਹੀ ਤਾਲਿਬਾਨਾਂ ਦੇ ਨਾਲ ਖੜਾ ਹੈ। ਚੀਨ ਅਤੇ ਰੂਸ ਦੀ ਤਾਲਿਬਾਨੀ ਸਪੋਰਟ ਨੇ ਤਾਂ ਸਾਊਥ ਏਸ਼ੀਆ ਵਿੱਚ ਭਾਰਤ ਨੂੰ ਬਿਲਕੁਲ ਹੀ ਕੱਲਾ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਨੇ ਪਹਿਲਾਂ ਹੀ ਨਾਨ ਅਲਾਇੰਸ ਦੇਸ਼ਾਂ ਦੇ ਸੰਗਠਨ ਅਤੇ ਸਾਰਕ ਸੰਗਠਨ ਨੂੰ ਇਗਨੋਰ ਮਾਰ ਕੇ ਸਹਿਯੋਗ ਦੇ ਮੌਕੇ ਅਤੇ ਮੰਚ ਦੋਵੇਂ ਗਵਾ ਲਏ ਹਨ।
ਉੱਪਰੋਂ ਗੁਆਂਢੀ ਮੁਲਕਾਂ ਨਾਲ ਵੀ ਇਸ ਦੇ ਸੰਬੰਧ ਖੁਸ਼ਗਵਾਰ ਨਹੀਂ ਰਹੇ। ਨੇਪਾਲ, ਬੰਗਲਾਦੇਸ਼ ਅਤੇ ਸ੍ਰੀਲੰਕਾ ਭਾਰਤ ਦੀ ਹੈਂਕੜ ਤੋਂ ਪਹਿਲਾਂ ਹੀ ਅੱਕੇ ਹੋਏ ਹਨ। ਚੀਨ ਵੀ ਇਹਨਾਂ ਮੁਲਕਾਂ ਵਿੱਚ ਇਨਫਰਾਸਟ੍ਰਕਚਰ ਤੇ ਲਗਾਈ ਆਪਣੀ ਪੂੰਜੀ ਨੂੰ ਵਸੂਲ ਕਰਨ ਦੇ ਮਾਹੌਲ ਦੀ ਤਾਕ ਵਿੱਚ ਬੈਠਾ ਹੈ। ਰੂਸ ਵੀ ਹੁਣ ਅਰਬ ਸਾਗਰ ਤੱਕ ਆਪਣੀ ਪਹੁੰਚ ਪੱਕੀ ਕਰਨ ਦੇ ਕਿਸੇ ਵੀ ਮੌਕੇ ਨੂੰ ਗਵਾਉਣਾ ਨਹੀਂ ਚਾਹੇਗਾ। ਦੂਜਾ ਮੁੱਖ ਚੈਲੰਜ ਭਾਰਤ ਸਰਕਾਰ ਦੇ ਸਾਹਮਣੇ ਹੈ ਉਹ ਇਹ ਕਿ ਹਾਲ ਦੀ ਘੜੀ ਭਾਰਤ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦਾ 2 ਸਾਲ ਲਈ ਨਾਨ ਪਰਮਾਨੈਂਟ ਮੈਂਬਰ ਹੈ ਅਤੇ ਸੰਯੋਗ ਹੀ ਹੈ ਕਿ ਇਸ ਅਗਸਤ ਦੇ ਮਹੀਨੇ UN ਸਿਕਿਉਰਿਟੀ ਕਾਉਂਸਲ ਦੀ ਪ੍ਰਧਾਨਗੀ ਵੀ ਇਸੇ ਪਾਸ ਹੈ। ਬਤੌਰ ਪ੍ਰਧਾਨ ਕਾਉਂਸਲ ਦੀ ਮੀਟਿੰਗ ਬੁਲਾਉਣਾ ਭਾਰਤ ਦੀ ਹੀ ਜ਼ਿੰਮੇਵਾਰੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਹਾਲਾਤਾਂ ਤੇ ਭਾਰਤ ਕੋਈ ਮੀਟਿੰਗ ਸੱਦੇਗਾ ਜਾਂ ਨਹੀਂ। ਜੇ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਸਿਕਿਉਰਿਟੀ ਕਾਉਂਸਲ ਦੀ ਬੈਠਕ ਹੁੰਦੀ ਹੈ ਤਾਂ ਜਦ ਅਮਰੀਕਾ ਤਾਲਿਬਾਨ ਤੇ ਰੋਕਾਂ ਲਾਉਣ ਦੀ ਪੇਸ਼ਕਸ਼ ਕਰੇਗਾ ਉਸ ਵਕਤ ਭਾਰਤ ਦਾ ਸਟੈਂਡ ਕੀ ਹੋਵੇਗਾ। ਤੀਜਾ, ਜਦ ਅਫਗਾਨਿਸਤਾਨ ਤੇ ਪਾਕਿਸਤਾਨ ਇਕੱਠੇ ਹੋ ਗਏ, ਅਜਿਹੇ ਹਾਲਾਤਾਂ ਦੇ ਵਿੱਚ ਭਾਰਤ ਦੀ ਸਟ੍ਰੈਟੇਜਿਕ ਚੁਆਇਸ ਕੀ ਬਚੇਗੀ। ਕੀ ਭਾਰਤ ਪਾਕਿਸਤਾਨ ਦੇ ਅੱਗੇ ਉਹੀ ਸ਼ਰਤਾਂ ਰੱਖਣ ਦੀ ਹੈਸੀਅਤ ਵਿੱਚ ਰਹੇਗਾ ਕਿ ਗੱਲਬਾਤ ਤਦ ਹੀ ਹੋਵੇਗੀ ਪਹਿਲਾਂ ਪਾਕਿਸਤਾਨ ਆਤੰਕੀ ਕਾਰਵਾਈਆਂ ਨੂੰ ਠੱਲ ਪਾਵੇ। ਜਿਸ ਤਰ੍ਹਾਂ ਬਹੁਗਿਣਤੀ ਦੀ ਧੌਂਸ ਚਲਾ ਕੇ ਮੋਦੀ ਸਰਕਾਰ ਨੇ ਬੀਤੇ 7-8 ਵਰ੍ਹਿਆਂ ਵਿੱਚ ਮੁਸਲਿਮ ਭਾਈਚਾਰੇ ਨੂੰ ਸਿਆਸੀ ਤੌਰ ਤੇ ਖੂੰਜੇ ਲਾ ਕੇ ਰੱਖਿਆ, ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਦਾ ਰਿਹਾ ਸਿਆ ਵਿਸਾਹ ਵੀ ਗਵਾ ਲਿਆ। ਕੋਈ ਜੋ ਮਰਜ਼ੀ ਕਹੇ, ਹਕੀਕਤ ਇਹ ਹੈ ਕਿ ਮੋਦੀ ਸਰਕਾਰ ਦੇ ਇਹਨਾਂ ਕਦਮਾਂ ਨਾਲ ਇੰਡੀਅਨਨੈਸ ਦੀ ਭਾਵਨਾ ਮਜ਼ਬੂਤ ਨਹੀਂ ਹੋਈ ਬਲਕਿ ਹੋਰ ਵੀ ਕਮਜ਼ੋਰ ਹੋਈ ਹੈ। ਘੱਟ ਗਿਣਤੀਆਂ ਦਾ ਭਾਰਤੀ ਸਿਆਸੀ ਪ੍ਰਬੰਧ ਵਿੱਚ ਭਰੋਸਾ ਘਟਿਆ ਹੈ, ਡਰ ਸਹਿਮ ਵਧਿਆ ਹੈ, ਆਪਣੀ ਹੋਂਦ ਦੇ ਖਤਰੇ ਵਧਣ ਨਾਲ ਰੈਡੀਕਲਾਈਜੇਸ਼ਨ ਵਧੀ ਹੈ। ਇਹ ਪਹਿਲਾਂ ਸਿੱਖਾਂ ਨਾਲ ਹੋ ਚੁੱਕਿਆ ਹੈ, ਉਹੀ ਹੁਣ ਮੁਸਲਮਾਨਾਂ ਨਾਲ ਹੋਇਆ ਹੈ। ਪੰਜਾਬ ਨੂੰ ਸਿੱਖ ਹੋਮਲੈਂਡ ਵਜੋਂ ਵਧਣ ਫੁੱਲਣ ਦੇ ਵਾਅਦੇ ਤੋਂ ਗਾਂਧੀ, ਨਹਿਰੂ, ਪਟੇਲ ਦੇ ਮੁਕਰਨ ਨੇ ਸਿੱਖਾਂ ਦਾ ਭਾਰਤੀ ਨੇਸ਼ਨ ਪ੍ਰਤੀ ਚਾਅ ਤੇ ਉਤਸ਼ਾਹ ਫਿੱਕਾ ਕਰ ਦਿੱਤਾ। 1984 ਦੇ ਗੁਰਧਾਮਾਂ ਤੇ ਭਾਰਤੀ ਫੌਜੀ ਹਮਲੇ, ਦਰਿੰਦਗੀ ਅਤੇ ਸਿੱਖਾਂ ਦੇ ਕਤਲੇਆਮ ਨੇ ਅਤੇ RSS ਦੇ ਹਿੰਦੂਤਵ ਏਜੰਡੇ ਨੇ ਸਿੱਖਾਂ ਨੂੰ ਵੀ ਮਜਬੂਰ ਕੀਤਾ ਕਿ ਉਹ 1947 ਦੇ ਹਿੰਦੁਸਤਾਨ ਦਾ ਹਿੱਸਾ ਬਣਨ ਦੇ ਫੈਸਲੇ ਤੇ ਪਛਤਾਵਾ ਕਰਨ। ਲਗਭਗ ਇਹੀ ਮਾਨਸਿਕ ਦਸ਼ਾ ਨਾ ਚਾਹ ਕੇ ਵੀ ਭਾਰਤ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਦੀ ਹੈ। ਅਜਿਹੀ ਮਨੋਦਸ਼ਾ ਦੇ ਚਲਦੇ ਚੰਗੇ ਭਵਿੱਖ ਦੀ ਆਸ ਕਰਨੀ ਖੁਦ ਨੂੰ ਧੋਖੇ ਵਿੱਚ ਰੱਖਣਾ ਹੈ। ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਇਹ ਨਹੀਂ ਹੋ ਸਕਦਾ। ਪਰ ਕੀ ਭਾਰਤੀ ਸੱਤਾ ਤੇ ਕਾਬਜ਼ ਲੋਕ ਆਪਣੇ ਤੌਰ ਤਰੀਕੇ ਬਦਲਣਗੇ? ਕੀ ਘੱਟ ਗਿਣਤੀਆਂ ਖੇਤਰੀ ਭਾਵਨਾਵਾਂ ਨਾਲ ਹੋਏ ਧੱਕੇਸ਼ਾਹੀ ਲਈ ਪਛਤਾਤਾਪ ਕਰਨਗੇ? ਉਹਨਾਂ ਨੂੰ ਬਣਦੇ ਹੱਕ ਦੇਣਗੇ? ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਪਰ ਹੋਣਾ ਉਹੀ ਹੈ ਜੋ ਉਸ ਦਾ ਹੁਕਮ ਹੈ, ਬੰਦੇ ਦੇ ਵਸ ਕੁਝ ਵੀ ਨਹੀਂ। ਜੋ ਤਿਸ ਭਾਵੈ ਸੋ ਥੀਏ, ਨਾਨਕ ਕਿਆ ਮਾਨੁਖ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਾਂ ਬਸ ਆਗਾਜ਼ ਹੈ। ਇੱਕ ਵਾਰ ਤਾਲਿਬਾਨ ਆਪਣੇ ਪੈਰ ਪੱਕੇ ਕਰ ਲਵੇ, ਉਸ ਦੀ ਅਗਲੀ ਨਜ਼ਰ ਕਸ਼ਮੀਰ ਤੇ ਹੀ ਹੋਵੇਗੀ। ਨਾ ਵੀ ਹੋਵੇ, ਪਾਕਿਸਤਾਨ ਉਸ ਦੀ ਮਦਦ ਮੰਗੇਗਾ। ਜਦ ਪਿੱਠ ਤੇ ਚੀਨ ਖੜਾ ਹੋਵੇ, ਤਾਲਿਬਾਨੀ ਜਿਹੇ ਲੜਾਕੂ ਨਾਲ ਹੋਣ ਤਾਂ ਪਾਕਿਸਤਾਨ ਦੇ ਤੇਵਰ ਭਾਜੀ ਮੋੜਨ ਲਈ ਉਤਾਵਲੇ ਹੋਣਗੇ ਹੀ ਹੋਣਗੇ। ਜੇਕਰ ਤੁਹਾਨੂੰ ਸਾਡਾ ਇਹ ਉਦਮ ਚੰਗਾ ਲੱਗਦਾ ਹੈ ਤਾਂ ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਅਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ। ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਵੀ ਦਿਓ। ਧੰਨਵਾਦ। ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਸੁਣਾਏ ਸੀ, ਸੱਚ ਕੀ ਬੇਲਾ।